पीर मुरीदा पिरहड़ी वणजारे साहै सौदा इकत हट है संसार विसा है। वाहिगुरु जी का खालसा वाहिगुरु जी की फतेह। पीर मुरीदा पिरहड़ी वणजारे साहै सौदा इकत हट है संसार विसा है। भाई गुरदास जी इस 20ਵੀਂ पौड़ी ਦੇ ਵਿੱਚ ਇੱਕ ਆਪਾਂ ਨੂੰ ਬਿਜ਼ਨਸ ਪੁਆਇੰਟ ਆਫ ਵਿਊ ਜਾਂ ਬਿਜ਼ਨਸ ਪਰਸਪੈਕਟਿਵ ਤੋਂ ਸਿੱਖੀ ਨੂੰ ਦੇਖਦੇ ਹਨ। ਕਹਿੰਦੇ ਬਿਜ਼ਨਸ ਜਿਹੜਾ ਕਰੀਦਾ ਹੁੰਦਾ ਹੈ ਵੀ ਉਹਦਾ ਇੱਕ ਤਾਂ ਜਿਹੜਾ ਹਨ ਵਣਜਾਰਾ ਹੁੰਦਾ ਹੈ ਜਾਂ ਰਿਟੇਲਰ ਹੁੰਦਾ ਹੈ, ਇੱਕ ਕਸਟਮਰ ਹੁੰਦਾ ਹੈ, ਇੱਕ ਸੈਲਰ ਹੈ, ਇੱਕ ਬਾਇਰ ਹੈ। ਸੋ ਇਹ ਜਿਹੜਾ ਇੱਕ ਰਿਸ਼ਤਾ ਹੁੰਦਾ ਹੈ ਇੱਕ ਸੈਲਰ ਦਾ ਤੇ ਇੱਕ ਬਾਇਰ ਦਾ, ਇਸੇ ਤਰ੍ਹਾਂ ਹੀ ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ। ਸੋ ਬਹੁਤ ਸੋਹਣੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਇਹ ਗੱਲ ਆਪਾਂ ਨੂੰ ਸਮਝਾਉਂਦੇ ਹਨ। ਪੀਰ ਮਰੀਦਾ ਪਿਰਹੜੀ ਵਣਜਾਰੇ ਸਾਹੈ। ਹੁਣ ਜਿਹੜਾ ਇੱਥੇ ਕੋਈ ਪੀਰ ਹੈ, ਪੀਰ ਮੀਨਸ ਗੁਰੂ, ਮੁਰੀਦ ਮੀਨਸ ਸਟੂਡੈਂਟ ਜਾਂ ਡਿਸਾਈਪਲ। ਸੋ ਪੀਰ ਮੁਰੀਦਾਂ ਪਿਰਹੜੀ ਕਹਿੰਦਾ ਇੱਕ ਪ੍ਰੇਮ ਹੁੰਦਾ ਹੈ ਜਿਹੜਾ ਕਿ ਇੱਕ ਪੀਰ ਦਾ ਤੇ ਇੱਕ ਸਟੂਡੈਂਟਸ ਦਾ, ਇੱਕ ਗੁਰੂ ਦਾ ਤੇ ਇੱਕ ਸਿੱਖ ਦਾ। ਸੋ ਇੱਕ ਟੀਚਰ ਦਾ ਇੱਕ ਸਟੂਡੈਂਟ ਦਾ। ਸੋ ਇਹ ਜਿਹੜਾ ਇਹ ਪਿਰਹੜੀ ਜਿਹੜਾ ਇਹ ਪ੍ਰੇਮ ਹੈ ਵਣਜਾਰੇ ਸਾਹੇ ਇਸ ਇਕੁਅਲੀ ਦ ਸੇਮ ਐਸ ਅ ਸੈਲਰ ਐਂਡ ਅ ਬਾਇਰ, ਵਣਜਾਰੇ ਦਾ ਤੇ ਸਾਹੇ ਦਾ। ਸੋ ਕਹਿੰਦੇ ਇਸੇ ਤਰ੍ਹਾਂ ਦਾ ਰਿਸ਼ਤਾ ਇਹ ਬਿਜ਼ਨਸ ਦੇ ਵਿੱਚ ਲੋਕ ਕਰਦੇ ਨੇ ਪ੍ਰੈਕਟੀਕਲੀ ਮਾਇਆ ਕਮਾਉਣ ਵਾਸਤੇ। ਪਰ ਇੱਕ ਰਿਸ਼ਤਾ ਉਹ ਹੈ ਜੋ ਪੀਰ ਤੇ ਮੁਰੀਦ ਦਾ ਹੈ, ਜੋ ਗੁਰੂ ਦਾ ਤੇ ਸਿੱਖ ਦਾ ਹੈ, ਕਿਉਂਕਿ ਦੋਵੇਂ ਪਾਸੇ ਕੁਝ ਨਾ ਕੁਝ ਫਾਇਦਾ ਹੁੰਦਾ ਹੈ। ਨਾ ਦ ਗੁੱਡ ਬਿਜ਼ਨਸ ਕੀ ਹੁੰਦਾ ਹੈ ਜਿੱਥੇ ਰਿਟੇਲਰ ਨੂੰ ਵੀ ਫਾਇਦਾ ਹੋਵੇ, ਜਿੱਥੇ ਬਾਈਅਰ ਨੂੰ ਵੀ ਫਾਇਦਾ ਹੋਵੇ, ਜਿੱਥੇ ਲੈਣ ਵਾਲੇ ਨੂੰ ਵੀ ਫਾਇਦਾ ਹੈ, ਵੇਚਣ ਵਾਲੇ ਨੂੰ ਵੀ ਫਾਇਦਾ ਹੈ। ਸੋ ਕਹਿੰਦੇ ਦੋਵੇਂ ਪਾਸੇ ਫਾਇਦਾ ਚਾਹੀਦਾ ਹੈ, ਇਹਨੂੰ ਆਪਾਂ ਗੁੱਡ ਬਿਜ਼ਨਸ ਕਹਿੰਦੇ, ਵਿਨ ਵਿਨ ਸਿਚੁਏਸ਼ਨ ਹੈ। ਸੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਸੌਦਾ ਇਕਤ ਹਟ ਹੈ ਸੰਸਾਰ ਵਿਸਾ ਹੈ। ਹੁਣ ਸੌਦਾ ਜਿਹੜਾ ਹੈ ਜਿੱਥੇ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ, ਕਹਿੰਦੇ ਸੌਦਾ ਇਕਤ ਹਟ ਹੈ। ਜੋ ਸੌਦਾ ਜੋ ਚੀਜ਼ ਆਪਾਂ ਨੂੰ ਗੁਰੂ ਦੇ ਸ਼ੌਪ ਤੋਂ ਦਾ ਗੁਰੂ ਦੇ ਦੁਕਾਨ ਤੋਂ ਮਿਲਦੀ ਹੈ, ਕਹਿੰਦੇ ਉਹ ਇੱਕੋ ਹੀ ਇੱਕ ਦੁਕਾਨ ਹੈ ਜਿੱਥੇ ਗੁਰੂ ਇੱਕ ਸੈਲਰ ਹੈ, ਜਿੱਥੇ ਸਿੱਖ ਇੱਕ ਬਾਇਰ ਹੈ, ਤੇ ਉੱਥੇ ਇੱਕ ਚੀਜ਼ ਮਿਲਦੀ ਹੈ, ਕਹਿੰਦੇ ਕੀ ਹੈ ਨਾਮ, ਪਰਮਾਤਮਾ ਦਾ ਨਾਮ ਮਿਲਦਾ ਹੈ। ਗੁਰੂ ਦੇ ਦੁਕਾਨ ਤੋਂ ਆਪਾਂ ਨੂੰ ਕੀ ਮਿਲਦਾ ਹੈ ਨਾਮ, ਪਰਮੇਸ਼ਰ ਦਾ ਨਾਮ ਮਿਲਦਾ ਹੈ। ਕੀ ਮਿਲਦਾ ਹੈ ਗੁਰੂ ਦੀ ਪ੍ਰਾਪਤੀ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੇ ਕਹਿੰਦੇ ਹੁਣ ਇੱਕ ਪ੍ਰਿੰਸੀਪਲ ਹੈ, ਚਾਹੇ ਉਹ ਦੁਨੀਆ ਦਾ ਜਿਹੜਾ ਹੈ ਮਾਇਆ ਦਾ ਵਪਾਰ ਹੈ, ਚਾਹੇ ਉਹ ਇੱਕ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ, ਕਹਿੰਦੇ ਉਹਦੇ ਵਿੱਚ ਇੱਕ ਚੀਜ਼ ਹੈ ਸੰਸਾਰ ਵਿਸਾਹੇ। ਉਹਦੇ ਵਿੱਚ ਇੱਕ ਪ੍ਰਿੰਸੀਪਲ ਕੀ ਆ ਭਰੋਸਾ। ਸੀ ਅ ਸੈਲਰ ਐਂਡ ਬਾਇਰ ਦੇ ਵਿੱਚ ਸੌਦਾ ਤਾਂ ਬਣਦਾ ਹੈ ਜੇ ਟਰਸਟ ਹੋਵੇ। ਟਰਸਟ ਹੋਣਾ ਬਹੁਤ ਜ਼ਰੂਰੀ ਹੈ। ਇੱਕ ਜਿਹੜਾ ਹਨ ਉਹਦੇ ਵਿੱਚ ਵਸਾ ਕਰਨਾ, ਇੱਕ ਦੂਜੇ ਦਾ ਵਸਾ ਕਰਨਾ, ਮਤਲਬ ਇੱਕ ਦੂਜੇ ਨੂੰ ਟਰਸਟ ਕਰ ਲੈਣਾ ਵੀ ਉਹ ਚੀਜ਼ ਜਿਹੜੀ ਇਹ ਵੇਚ ਰਿਹਾ ਹੈ ਜੈਨੂਇਨ ਹੈ, ਲੈਣ ਵਾਲਾ ਵੀ ਉਹਨੂੰ ਪੈਸੇ ਦੇ ਕੇ ਦੇ ਰਿਹਾ ਬਿਕੋਜ਼ ਹੀ ਥਿੰਕਸ ਦੈਟ ਦ ਸੈਲਰ ਇਜ਼ ਜੈਨੂਇਨ। ਓਕੇ, ਹੁਣ ਇੱਥੇ ਆਪਾਂ ਨੂੰ ਇਹ ਗੱਲ ਸੋਚਣੀ ਪਵੇਗੀ, ਹੁਣ ਆਪਣੇ ਕੋਲ ਦੁਕਾਨਾਂ ਬਹੁਤ ਨੇ, ਸੇ ਯੂ ਵਾਂਟ ਟੂ ਬਾਈ ਸ਼ੂਗਰ, ਦੁਕਾਨਾਂ ਬਹੁਤ ਨੇ। ਤੁਹਾਡਾ ਸਭ ਤੋਂ ਪਹਿਲੀ ਗੱਲ ਕੀ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਆਪਾਂ ਕਹਾਂਗੇ ਪ੍ਰਾਈਸ, ਇਟ ਮਸਟ ਬੀ ਇਨ ਰਾਈਟ ਪ੍ਰਾਈਸ, ਰਾਈਟ ਕੁਆਲਿਟੀ, ਕੁਆਲਿਟੀ ਤੁਹਾਨੂੰ ਠੀਕ ਚਾਹੀਦੀ ਹੈ। ਤੀਜੀ ਗੱਲ ਕੀ ਹੈ ਆਫਟਰ ਸੇਲਸ ਤੁਹਾਡਾ ਚੰਗਾ ਚਾਹੀਦਾ ਹੈ। ਹੁਣ ਇਹ ਤਿੰਨ ਚੀਜ਼ਾਂ ਤੁਸੀਂ ਬੇਸਿਕਲੀ ਦੇਖ ਕੇ ਫਿਰ ਤਾਂ ਹੀ ਤਾਂ ਤੁਸੀਂ ਚੀਜ਼ ਲਓਗੇ। ਐਂਡ ਐਵਰੀਬੋਡੀ ਡਜ਼ਨਟ ਬਾਈ ਫਰੋਮ ਵਨ ਸ਼ੌਪ, ਦੇ ਗੋ ਟੂ ਵਾਟ ਐਵਰ ਸ਼ੌਪ ਦੇ ਕੈਨ ਗੋ ਵੇਅਰ ਦੇ ਕੈਨ ਟਰਸਟ ਦ ਸੈਲਰ। ਸੋ ਇੱਥੇ ਟਰਸਟ ਦੀ ਗੱਲ ਹੈ। ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ। ਜੇ ਇੱਕ ਸਿੱਖ ਗੁਰੂ ਤੇ ਭਰੋਸਾ ਨਾ ਰੱਖੇ ਤਾਂ ਗੁਰੂ ਉਹਨੂੰ ਨਾਮ ਕਿਵੇਂ ਦੇਵੇਗਾ? ਜੇ ਉਹ ਸਿੱਖ ਨੂੰ ਨਾਮ ਦੇ ਬਾਰੇ ਪਤਾ ਹੀ ਨਾ ਹੋਵੇ ਵੀ ਨਾਮ ਕਿੰਨਾ ਕੀਮਤੀ ਹੈ ਤਾਂ ਫਿਰ ਉਹ ਨਾਮ ਕਿਉਂ ਜਪੇਗਾ? ਸੋ ਇਹ ਸਾਰਾ ਜਿਹੜਾ ਇੱਕ ਸੌਦਾ ਹੈ। ਸੋ ਦੇਖੋ ਭਾਈ ਗੁਰਦਾਸ ਜੀ ਉਹ ਪਰਸਪੈਕਟਿਵ ਬਿਜ਼ਨਸ ਪਰਸਪੈਕਟਿਵ ਤੋਂ ਲੈ ਕੇ ਆਪਾਂ ਨੂੰ ਸਿੱਖੀ ਨੂੰ ਸਮਝਾ ਰਹੇ ਨੇ।
ਆਪਾਂ ਨੂੰ ਗੁਰੂ ਦਾ ਰੋਲ ਦੱਸ ਰਹੇ ਹਨ। ਕੋਈ ਵੇਚੈ ਕੌਡੀਆਂ ਕੋਈ ਦਮ ਉਗਾਹੈ। ਓਕੇ, ਦੇਖੋ ਕਹਿੰਦੇ ਬਿਜ਼ਨਸ ਕਿੰਨੇ ਤਰ੍ਹਾਂ ਦੇ ਨੇ। ਕਹਿੰਦੇ ਕਈ ਤਾਂ ਉਹ ਹਨ ਜਿਹੜੇ ਕੌਡੀਆਂ ਵੇਚਦੇ ਨੇ। ਕੌਡੀਆਂ ਮੀਨ ਸ਼ੈਲਸ, ਜਾਂ ਜਿਹੜੇ ਸ਼ੈਲਸ ਹੁੰਦੇ ਨੇ ਕਹਿੰਦੇ ਉਹਨਾਂ ਨੂੰ ਵੇਚਦੇ ਨੇ। ਸੋ ਉਹ ਕੀ ਹੁੰਦੇ ਨੇ, ਕਹਿੰਦੇ ਉਹ ਕੌਡੀਆਂ ਜਿਹੜਾ ਸਭ ਤੋਂ ਜਿਹੜੀਆਂ ਲੀਸਟ ਕਰੰਸੀ ਆਫ ਦ ਵਰਲਡ ਹੈ, ਕੌਡੀਆਂ ਕਹਿੰਦੇ ਆ। ਸੋ ਕੌਡੀਆਂ ਤੋਂ ਸ਼ੁਰੂ ਕਰਕੇ ਫਿਰ ਇਹ ਆਪਾਂ ਪੈਸਿਆਂ ਤੱਕ ਜਾਂਦੇ, ਪੈਸਿਆਂ ਤੋਂ ਫਿਰ ਆਪਾਂ ਰੁਪਈਆਂ ਤੱਕ ਜਾਂਦੇ ਹਾਂ ਜੇ ਇੰਡੀਆ ਦਾ ਸਿਸਟਮ ਲਈਏ। ਜੇ ਹੋਰ ਮੁਲਕਾਂ ਦਾ ਉੱਤੇ ਸੈਂਟ ਆ ਜਾਂਦੇ ਨੇ, ਉੱਤੇ ਫਿਰ ਡਾਲਰਸ ਪਾਉਂਡਸ ਗਾਂ ਆ ਜਾਂਦੇ ਨੇ। ਸੋ ਕਹਿੰਦੇ ਕਈ ਤਾਂ ਲੋਕ ਜਿਹੜੇ ਹਨ ਕੌਡੀਆਂ ਦਾ ਸੌਦਾ ਕਰਦੇ ਨੇ, ਕਈ ਦਾਮ ਉਗਾਹੇ, ਕਈ ਪੈਸੇ ਉਗਾਉਂਦੇ ਨੇ। ਕਈਆਂ ਨੂੰ ਪੈਸਿਆਂ ਦੇ ਵਿੱਚ ਹੁੰਦਾ। ਮਿੱਤਰੋਂ ਦਾ ਬਿਜ਼ਨਸ ਵੱਡਾ ਹੁੰਦਾ ਹੈ। ਜਿੰਨਾ ਛੋਟਾ ਬਿਜ਼ਨਸ ਕੌਡੀਆਂ ਦਾ ਤੇ ਜਿੰਨਾ ਵੱਡਾ ਉਹ ਬਣ ਜਾਂਦਾ ਹੈ ਪੈਸਿਆਂ ਦਾ। ਓਕੇ, ਹੁਣ ਹੋਰ ਇੱਕ ਗੱਲ ਇਹ ਵੀ ਹੈ, ਹੁਣ ਇੱਥੇ ਐਕਸਚੇਂਜ ਹੋ ਰਿਹਾ ਹੈ। ਕਈ ਕੌਡੀਆਂ ਦੇ ਕੇ ਪੈਸੇ ਲੈਂਦੇ ਹਨ। ਹੁਣ ਜਿਵੇਂ ਆਪਾਂ ਜਿਹੜਾ ਹਨ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹਿ ਲਈਏ ਇੱਕ ਸੈਂਟ ਤੁਸੀਂ 5 ਸੈਂਟ ਇਕੱਠੇ ਕਰਕੇ ਰਿਟੇਲਰ ਕੋ ਮੈਨੂੰ 5 ਸੈਂਟਸ ਦੀ ਇੱਕ ਕੋਇਨ ਦੇ ਦੇ, ਜਾਂ 10 ਇਕੱਠੇ ਕਰਕੇ 10 ਸੈਂਟਸ ਦੀ ਕੋਇਨ ਦੇ ਦੇ। ਸੋ ਕਹਿੰਦੇ ਉਸ ਤਰ੍ਹਾਂ ਦਾ ਵੀ ਸੌਦਾ ਹੁੰਦਾ ਹੈ। ਸੋ ਛੋਟੀਆਂ ਲੈ ਕੇ ਵੱਡਾ ਆਪਾਂ ਖਰੀਦਦੇ ਹਾਂ, ਯੂ ਬਾਈ ਦ ਬਿਗ ਕਰੰਸੀ। ਸੋ ਇਸੇ ਤਰ੍ਹਾਂ ਹੀ ਕੋਈ ਰੁਪਈਏ ਵਿਕਨੈ ਸੁਨੀਏ ਕੋ ਡਾਹੈ। ਕਈ ਕਹਿੰਦੇ ਫਿਰ ਰੁਪਈਆਂ ਦਾ ਬਿਜ਼ਨਸ ਕਰਦੇ ਨੇ, ਉਹ ਰੁਪਈਆ ਵੇਚ ਕੇ ਦੇ ਬਾਈ ਗੋਲਡ। ਸੋ ਉਹੀ ਗੱਲ ਹੈ ਨਾ, ਅੱਜ ਕੱਲ੍ਹ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਸਮਟਾਈਮਸ ਯੂ ਇਨਵੈਸਟ ਇਨ ਗੋਲਡ। ਤੁਸੀਂ ਗੋਲਡ ਕੰਪੋਜ਼ਿਟ ਜਿਹੜਾ ਹੈ ਉਹਦੇ ਵਿੱਚ ਤੁਸੀਂ ਇਨਵੈਸਟ ਕਰਦੇ ਹੋ, ਬਿਕੋਜ਼ ਗੋਲਡ ਦਾ ਪ੍ਰਾਈਸ ਹੈਗਾ ਹੈ। ਜਿਹੜੀ ਆਪਣੀ ਪੇਪਰ ਕਰੰਸੀ ਹੈ ਇਹਦਾ ਕੋਈ ਮੁੱਲ ਨਹੀਂ। ਜੇ ਉਹ ਕਰੰਸੀ ਬਦਲ ਜਾਵੇ, ਉਹ ਗਵਰਨਮੈਂਟ ਜਿਹੜੇ ਹਨ ਡਿਸਾਈਡ ਕਰ ਲੇ ਮੈਨੂੰ ਇਹ ਕਰੰਸੀ ਨਹੀਂ ਚਾਹੀਦੀ, ਇਹ ਕਰੰਸੀ ਰੱਦ ਕਰਕੇ ਮੈਂ ਹੋਰ ਬਣਾਉਣੀ ਆ, ਦੈਨ ਯੂ ਆਰ ਗੋਨ। ਇਸ ਪੀਸ ਆਫ ਪੇਪਰ ਜਿਹੜਾ ਆਪਣੇ ਸਾਹਮਣੇ ਹੋਇਆ ਕਈ ਵਾਰੀ ਦੁਨੀਆ ਦੇ ਵਿੱਚ। ਸੋ ਕਹਿੰਦੇ ਇਸੇ ਤਰ੍ਹਾਂ ਜਿਹੜਾ ਹੈ, ਜਦੋਂ ਆਪਾਂ ਇਹ ਰੁਪਈਆਂ ਨੂੰ ਵੇਚ ਕੇ ਸੋਨੇ ਦੇ ਵਿੱਚ ਇਨਵੈਸਟ ਕਰਦੇ ਹਾਂ ਜਾਂ ਉਹਨਾਂ ਨੂੰ ਪੈਸੇ ਦੇ ਕੇ ਆਪਾਂ ਮੋਹਰਾਂ ਲੈਂਦੇ ਹਾਂ। ਓਕੇ, ਹੁਣ ਇੱਥੇ ਜਿਹੜੀ ਗੱਲ ਭਾਈ ਗੁਰਦਾਸ ਨੇ ਕੀਤੀ, ਗੱਲ ਸ਼ੁਰੂ ਹੋਈ ਕੌਡੀਆਂ ਤੋਂ। ਕੌਡੀਆਂ ਹੁਣ ਜਿਹੜਾ ਗੁਰੂ ਕੋਲ ਜਾਵੇ, ਗੁਰੂ ਨੂੰ ਕਵੇ ਪਾਤਸ਼ਾਹ ਮੇਰਾ ਨਾ ਅੱਜ ਮੇਰਾ ਇਹ ਪ੍ਰੋਬਲਮ ਆ, ਤੁਸੀਂ ਅੱਜ ਮੇਰਾ ਇਹ ਪ੍ਰੋਬਲਮ ਸੋਲਵ ਕਰ ਦਿਓ। ਉਹ ਕੌਡੀਆਂ ਦਾ ਰਿਸ਼ਤਾ ਹੈ ਗੁਰੂ ਨਾਲ। ਤੁਸੀਂ ਅਰਦਾਸ ਕੀਤੀ, ਮਹਾਰਾਜ ਨੇ ਠੀਕ ਕਰਤੀ। ਫਿਰ ਕੀ ਕੀਤਾ, ਤੁਸੀਂ ਕੌਡੀਆਂ ਦੀ ਅਰਦਾਸ ਕਰਕੇ ਤੁਸੀਂ ਸੋਚਿਆ ਆਪਣੇ ਮਨ ਤੋਂ ਮੈਂ ਪੈਸੇ ਮਹਾਰਾਜ ਨੂੰ ਚੜਾ ਦਿੰਦਾ, ਹੈ ਨਾ। ਤੁਸੀਂ ਵੀ ਕੁਝ ਦਿੰਦੇ ਹੋ ਕਿਉਂਕਿ ਮਹਾਰਾਜ ਤੁਸੀਂ ਮੇਰਾ ਇਹ ਕੰਮ ਕਰਦਾ। ਹੁਣ ਉੱਥੇ ਮਹਾਰਾਜ ਦਾ ਤੇ ਤੁਹਾਡਾ ਰਿਸ਼ਤਾ ਕੀ ਹੈ, ਗਿਵ ਐਂਡ ਟੇਕ। ਮਹਾਰਾਜ ਤੁਹਾਨੂੰ ਗਿਫਟ ਕਰਦਾ, ਤੁਸੀਂ ਟੇਕ ਕਰਦੇ ਹੋ, ਫਿਰ ਤੁਸੀਂ ਮਹਾਰਾਜ ਨੂੰ ਗਿਫਟ ਕਰਦੇ ਹੋ। ਸੋ ਇਹ ਇੱਕ ਰਿਸ਼ਤਾ ਹੈ। ਕਈ ਜਿਹੜੇ ਨੇ ਉਹ ਰੁਪਈਆਂ ਦਾ ਬਿਜ਼ਨਸ ਕਰਦੇ ਨੇ। ਰੁਪਈਆਂ ਦਾ ਕੀ ਹੈ, ਮੈਂ ਅੱਜ 50 ਜਪਜੀ ਸਾਹਿਬ ਦੇ ਪਾਠ ਕੀਤੇ ਨੇ, ਮਹਾਰਾਜ ਮੇਰੇ 50 ਕੀਤੇ ਹੋ ਜਪਜੀ ਸਾਹਿਬ। ਵਾਈ ਆਈ ਡਿਡ ਇਟ, ਬਿਕੋਜ਼ ਆਫ ਆਈ ਵਾਂਟ ਟੂ ਪਾਸ ਇਨ ਮਾਈ ਐਗਜ਼ਾਮ। ਹਾਂ, ਤੁਸੀਂ ਉਹ ਰਿਸ਼ਤਾ ਬਣਾ ਲਿਆ। ਹੁਣ ਤੁਸੀਂ ਪਾਠ ਕਰਕੇ ਤੁਸੀਂ ਐਗਜ਼ਾਮ 'ਚ ਪਾਸ ਹੋਏ, ਉਹ ਜਿਵੇਂ ਤੁਸੀਂ ਰੁਪਈਏ ਦੇ ਕੇ ਤੁਸੀਂ ਸੋਨਾ ਲੈ ਲਿਆ, ਜਾਂ ਤੁਸੀਂ 1 ਰਿੰਗਿਟ ਦਾ $1 ਦਾ ਲੋਟਰੀ ਟਿਕਟ ਲੈ ਕੇ ਤੁਸੀਂ 1 ਮਿਲੀਅਨ ਦੀ ਅਰਦਾਸ ਕੀਤੀ ਹੈ। ਸੋ ਉਹ ਹੋਇਆ ਨਾ, ਰੁਪਈਆ ਦੇ ਕੇ ਤੁਸੀਂ ਸੋਨਾ ਲੈ ਲਿਆ। ਸੋ ਉਹ ਇੱਕ ਬਿਜ਼ਨਸ ਹੈ। ਸੋ ਇੱਕ ਤਾਂ ਬੰਦੇ ਇਹ ਨੇ ਦੁਨਿਆਵੀ ਲੋਕ ਜਿਹੜਾ ਇੱਕ ਰਿਸ਼ਤਾ ਹੀ ਬਣਾਉਂਦੇ ਨੇ। ਐਂਡ ਦਿਸ ਇਜ਼ ਅ ਵੈਰੀ ਵੈਰੀ ਡੇਂਜਰਸ ਟ੍ਰੈਂਡ ਹੈ ਜੋ ਅੱਜ ਚੱਲ ਰਿਹਾ ਹੈ। ਥਾਂ ਥਾਂ ਤੇ ਲੋਕਾਂ ਨੇ ਮੰਦਰ ਖੋਲ੍ਹੇ ਹੋਏ ਨੇ, ਗੁਰਦੁਆਰੇ ਖੋਲ੍ਹੇ ਹੋਏ ਨੇ, ਮਸੀਤਾਂ ਖੋਲ੍ਹੀਆਂ, ਇਹੀ ਕੰਮ ਕਰਦੇ ਆ। ਉਹ ਕਹਿੰਦੇ ਆ ਕਿ ਅਰਦਾਸ ਕਰੋ ਪੀਰ ਦੀ, ਥੋੜ੍ਹੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਕੋਈ ਕਹਿੰਦੇ ਤੁਸੀਂ ਇਹ ਮੰਦਰ ਵਿੱਚ ਆਓ, ਮੱਥਾ ਟੇਕੋ, ਤੁਹਾਨੂੰ ਇਹ ਮਿਲੇਗਾ, ਤੁਹਾਨੂੰ ਉਹ ਮਿਲੇਗਾ। ਸੀ ਇੱਕ ਸੌਦਾ ਹੈ। If you got nothing to ask, you are not going to go to the mandir, you are not going to the mosque, you are not going to go to the church, you don't care about them. ਤੁਹਾਨੂੰ ਪਰਵਾਹ ਨਹੀਂ ਹੈਗੀ ਕਿਉਂਕਿ ਤੁਹਾਨੂੰ ਲੋੜ ਆ ਤਾਂ ਤੁਸੀਂ ਜਾਂਦੇ ਹੋ। ਸੋ ਇਹ ਤਾਂ ਇਹ ਰਿਸ਼ਤਾ ਹੋਇਆ। ਪਰ ਦੈਨ ਇੱਕ ਗੱਲ ਹੈ, why do you go? Because you have that trust. ਟਰਸਟ ਹੈਗਾ ਨਾ ਹਜੇ ਵੀ ਗੁਰਦੁਆਰੇ ਜਾ ਕੇ ਅਰਦਾਸ ਕਰਕੇ ਕੰਮ ਬਣ ਜਾਊਗਾ। ਟਰਸਟ ਹੈਗਾ ਆ ਮੰਦਰ ਫਲਾਣੀ ਮੰਦਰ ਹਨੂਮਾਨ ਦੇ ਮੰਦਰ ਜਾ ਕੇ ਮੇਰੀ ਅਰਦਾਸ ਪੂਰੀ ਹੋ ਜਾਣੀ ਆ, ਤੁਸੀਂ ਜਾਂਦੇ ਹੋ। ਜਿਵੇਂ ਅੱਗੇ ਪਿੱਤ ਨਿਕਲ ਜਾਂਦੀ ਸੀਗੀ, ਹਾਂਜੀ, ਮਿਸਲਸ ਹੋ ਜਾਂਦੇ ਸੀ ਜਾਂ ਸਮੌਲ ਪੌਕਸ ਹੋ ਜਾਂਦੀ ਸੀ, ਲੋਕ ਕੀ ਕਰਦੇ ਸਨ, ਮੰਦਰ 'ਚ ਜਾ ਕੇ ਉਹਨਾਂ ਨੇ ਨੂਨ ਚੜਾਉਣਾ, ਝਾੜੂ ਚੜਾਉਣਾ, ਹਾਂਜੀ, ਉਹ ਕੰਮ ਹੁੰਦਾ ਸੀ ਨਾ। ਕਿਉਂ ਲੋਕ ਜਾਂਦੇ ਸੀਗੇ? ਕਿਉਂਕਿ ਕਹਿੰਦੇ ਮੇਰੀ ਬਿਮਾਰੀ ਦੂਰ ਹੋ ਜਾਵੇ। ਇਹ ਵਾਸ ਜਸਟ ਅ ਟ੍ਰੇਡ। ਮੈਂ ਇਹ ਦੇਵਾਂਗਾ ਮੈਨੂੰ ਇਹ ਮਿਲੇਗਾ, ਰਾਈਟ। ਸੋ ਫਿਰ ਕੋਈ ਰਤਨ ਵਣੰਜ ਦਾ ਕਰ ਸਿਫਤ ਸਲਾਹ ਹੈ। ਓਕੇ, ਹੁਣ ਕੋਈ ਰਤਨ ਦਾ ਬਿਜ਼ਨਸ ਕਰਦਾ। ਹੁਣ ਬਿਗ ਟ੍ਰੇਡਰ ਆ ਗਏ ਜੀ, ਬਿਗ ਰਿਟੇਲਰਸ, ਦ ਪੀਪਲ ਹੂ ਸੈਲ ਡਾਇਮੰਡਸ, ਪ੍ਰੈਸ਼ੀਅਸ ਸਟੋਨਸ, ਜਿਵਲਰਸ, ਕਹਿੰਦੇ ਵੱਡੇ ਵੱਡੇ ਆ ਗਏ। ਹੁਣ ਉਹਨਾਂ ਦਾ ਬਿਜ਼ਨਸ ਜਿਹੜਾ ਹੈ ਉਹ ਵੱਡਾ ਵੱਡਾ ਬਿਜ਼ਨਸ ਕਰਦੇ ਨੇ ਤੇ ਕਹਿੰਦੇ ਉੱਥੇ ਕਰ ਸਿਫਤ ਸਲਾਹ ਹੈ। ਉਹਨਾਂ ਦਾ ਬਿਜ਼ਨਸ ਕਿਵੇਂ ਚੱਲਦਾ? ਦੇ ਹੈਵ ਟੂ ਸੈਲ ਦੇਅਰ ਪ੍ਰੋਡਕਟ। ਹੁਣ ਦੇਖੋ ਪ੍ਰੋਡਕਟ ਕਿੱਡਾ ਹੁੰਦਾ, ਡਾਇਮੰਡ ਕਿੱਡਾ ਹੁੰਦਾ, ਛੋਟਾ ਜਿਹਾ ਹੁੰਦਾ ਹੈ ਤੇ ਉਹਦੀ ਕੀਮਤ ਕੀ ਹੈ? ਉਹ 100,000, 200,000, 1 ਮਿਲੀਅਨ, 2 ਮਿਲੀਅਨ ਇੰਨਾ ਕੁ ਹੁੰਦਾ ਹੈ, ਪਰ ਉਹਦੀ ਕੀਮਤ ਕਿੱਡੀ ਵੱਡੀ ਹੈ।
ਸੋ ਮਹਾਰਾਜ ਕਹਿੰਦੇ ਕੋਈ ਰਤਨ ਬਣ ਜਾਏ। ਕੋਈ ਜਿਹੜੇ ਨੇ ਪਰਮਾਤਮਾ ਦਾ ਜਿਹੜਾ ਹੈ ਉਪਦੇਸ਼ ਵੇਚਦੇ ਨੇ, ਕਈ ਬਾਬੇ ਬਣ ਜਾਂਦੇ ਨੇ, ਕਈ ਜਿਹੜੇ ਗਿਆਨੀ ਬਣ ਜਾਂਦੇ ਨੇ, ਕਈ ਪੰਡਤ ਬਣ ਜਾਂਦੇ ਨੇ, ਕਈ ਫਾਦਰ ਜਿਹੜੇ ਬਿਸ਼ਪ ਬਣ ਜਾਂਦੇ ਨੇ। ਉਹ ਕੀ ਕਰਦੇ ਨੇ? ਉਹ ਪਰਮਾਤਮਾ ਦੇ ਉਪਦੇਸ਼ ਨੂੰ ਵੇਚਦੇ ਨੇ ਇਨ ਦਾ ਹਾਈ ਲੈਵਲ। ਸੋ ਕੀ ਕਰਦੇ ਨੇ? ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਤੁਸੀਂ ਐਂ ਕਰਿਆ ਕਰੋ, ਤੁਸੀਂ ਸਿਮਰਨ ਕਰਿਆ ਕਰੋ, ਇਹ ਹੋ ਜੂ, ਉਹ ਹੋ ਜੂ, ਦੇ ਆਈ ਹੈਵ ਹੀਲ ਦਿਸ ਪਰਸਨ, ਆਈ ਹੀਲ ਦੈਟ ਪਰਸਨ। ਉਹ ਜਿਹੜਾ ਹਨ ਉਹ ਡਾਇਮੰਡ ਦਾ ਉੱਪਰ ਕਰਦੇ ਨੇ, ਬਿਕਾਜ਼ ਉਹਨਾਂ ਦੇ ਕਸਟਮਰ ਕੌਣਸ ਨੇ? ਮਿਲੀਅਨਸ ਐਸ ਬਿਲੀਅਨ ਐਸ ਹਨ। ਤੁਸੀਂ ਦੇਖਦੇ ਹੋ ਕਿੱਡੇ ਕਿੱਡੇ ਵੱਡੇ ਵੱਡੇ ਪੰਡਾਲ ਲੱਗੇ ਹੁੰਦੇ ਨੇ, ਕਿੰਨੇ ਧਨੀ ਤੋਂ ਧਨੀ ਬੰਦੇ ਜਿਹੜੇ ਹੁੰਦੇ ਆ ਨਾ, ਦ ਪੀਪਲ ਹੂ ਆਰ ਵੈਰੀ ਰਿਚ ਬਟ ਦੇ ਹੈਵ ਦ ਬਿਗੇਸਟ ਫੀਅਰ। ਉਹ ਸਭ ਤੋਂ ਵੱਡੇ ਫੀਅਰ ਵੀ ਉਹਨਾਂ ਦੇ ਵਿੱਚ ਹੀ ਹੁੰਦੇ ਨੇ। ਤੇ ਉਹਨਾਂ ਦੇ ਬਾਬੇ ਜਿਹੜੇ ਹੁੰਦੇ ਨਾ ਉਹ ਹਾਈ ਫਾਈ ਹੁੰਦੇ ਨੇ, ਉਹਨਾਂ ਦੇ ਬਾਬੇ ਵੀ ਉਹ ਲੈਵਲ ਦੇ ਹੁੰਦੇ ਨੇ। ਸੋ ਉਹ ਕੀ ਕਰਦੇ ਨੇ? ਉਹ ਕਹਿੰਦਾ ਤੇਰਾ ਕੰਮ ਹੋ ਜੂ, ਆ ਮੈਨੂੰ ਚਾਹੀਦਾ, ਇਟ ਓਨਲੀ ਕੋਸਟ ਫॉर 10 ਮਿਲੀਅਨ, ਪਲੀਜ਼ ਗਿਵ ਦਿਸ ਵਨ, ਆਈ ਡੂ ਫॉर ਯੂ ਦਿਸ। ਹਾਂ, ਉੱਥੇ ਵੱਡੇ ਵੱਡੇ ਬਿਜ਼ਨਸ ਹੁੰਦੇ ਨੇ, ਤਾਂ ਹੀ ਤਾਂ ਵੱਡੇ ਵੱਡੇ ਡੇਰੇ ਖੋਲ੍ਹੇ ਹੋਏ ਆ ਨਾ ਲੋਕਾਂ ਨੇ ਇੰਡੀਆ 'ਚ। ਦੇਖੋ ਕਿੱਡੇ ਕਿੱਡੇ ਡੇਰੇ ਹਨ। ਉਹ ਬੰਦੇ ਫਿਰ ਗੁਰਦੁਆਰੇ ਨਹੀਂ ਆਉਂਦੇ ਨਾ, ਦੋਸ ਕਾਈਂਡ ਆਫ ਹਾਈ ਲੈਵਲ ਪੀਪਲ ਜਿਹੜੇ ਹੁੰਦੇ ਉਹ ਫਿਰ ਉੱਤੇ ਉੱਤੇ ਕੰਮ ਕਰ ਲੈਂਦੇ ਨੇ ਆਪਣਾ, ਉਹ ਫਿਰ ਆਪਣੇ ਵਿੱਚ ਨਹੀਂ ਆਉਂਦੇ ਹੈ ਨਾ। ਸੋ ਦੇ ਡੂ ਦਿਸ। ਹੁਣ ਉਹ ਵੀ ਲੈਵਲ ਤੱਕ ਤੁਸੀਂ ਚਲੇ ਜਾਓ ਤੇ ਉਹ ਜਿਹੜੇ ਹਨ ਲੋਕ ਜਿਹੜੇ ਹਨ ਉਹ ਕੰਮ ਵੀ ਉਹੋ ਜਿਹੇ ਕਰਦੇ ਨੇ, ਪ੍ਰਾਈਸ ਵੀ ਉਹੋ ਜਿਹਾ ਹੁੰਦਾ ਹੈ। ਬਿਕਾਜ਼ ਯੂ ਸੀ ਦ ਓਨਲੀ ਥਿੰਗ ਇਨ ਲਾਈਫ ਇਜ਼ ਯੂ ਵਾਂਟ ਸਮਥਿੰਗ। ਸੋ ਜਿਹੜਾ ਬਿਜ਼ਨਸਮੈਨ ਹੁੰਦਾ ਨਾ, ਉਹਦੀ ਸੋਚਣੀ ਕੀ ਹੈ? ਉਹ ਇਹੀ ਦਿਨ ਰਾਤ ਸੋਚਦਾ ਹੈ ਮੈਂ ਕੁਝ ਲੈਣਾ ਹੈ, ਲੈਣ ਵਾਸਤੇ ਆਈ ਹੈਵ ਟੂ ਗਿਵ ਸਮਥਿੰਗ। ਦਿਸ ਇਜ਼ ਵਨ ਫੈਕਟ ਦੈਟ ਹੀ ਐਕਸੈਪਟਸ। ਇਫ ਆਈ ਵਾਂਟ ਸਮਥਿੰਗ ਆਈ ਹੈਵ ਟੂ ਗਿਵ ਸਮਥਿੰਗ। ਕਰੈਕਟ ਨਾ? ਲੋਕ ਕਹਿੰਦੇ ਆ ਬਿਗਰ ਰਿਸਕ ਬਿਗਰ ਗੇਨ। ਹਾਂਜੀ, ਇਹੀ ਤਾਂ ਬਿਜ਼ਨਸ ਆ ਸਾਰਾ। ਸੋ ਪਰ ਉਹ ਕਹਿੰਦੇ ਨੇ ਵੀ ਆਪਾਂ ਦੇਵਾਂਗੇ ਬਟ ਮਾਈ ਗੇਨ ਇਜ਼ ਗੋਇੰ ਟੂ ਬੀ ਬਿਗ। ਜੇ ਉਹ ਬਾਬੇ ਨੂੰ 1 ਮਿਲੀਅਨ ਦੇਣਗੇ ਐਂਡ ਦੇ ਗੇਟ 500,000 ਆਊਟ, ਆਈ ਥਿੰਕ ਦੇ ਵਿਲ ਚੇਂਜ देयर ਬਾਬਾ। ਡੈਫੀਨਿਟਲੀ ਦੇ ਵਿਲ ਫਾਈਂਡ ਅਨਦਰ ਬਾਬਾ ਫॉर देम। ਵਾਈ ਦੇ ਮਸਟ ਗੋ ਟੂ ਦਿਸ ਬਾਬਾ? ਦੇ ਹੈਵ ਟੂ ਸੈਕਰੀਫਾਈਸ 50%। ਉਹ ਤਾਂ ਘਾਟਾ ਪੈ ਗਿਆ ਫਿਰ। ਸੋ ਦੈਨ ਦ ਬਾਬਾ ਸਟਾਰਟ ਥਿੰਕਿੰਗ ਨਾਓ ਆਈ ਹੈਵ ਟੂ ਕੀਪ ਦਿਸ ਕਸਟਮਰ ਵਿਦ ਮੀ, ਇਟਸ ਅ ਬਿਗਰ ਮਨੀ, ਬਿਗਰ ਗੇਮ। ਸੋ ਉਹ ਕੀ ਕਰਦਾ ਹੈ? ਹੀ ਡੋਂਟ ਡਿਪੈਂਡ ਔਨ ਗੋਡ ਐਨੀਮੋਰ। So he keeps gangsters, he keeps other things, he keeps, you know, he has his network to get things done. ਫਿਰ ਇੱਥੋਂ ਕੰਮ ਵੱਧਦਾ ਜਾਂਦਾ ਹੈ। And then that's why you see some of the ਬਾਬੇ ਡੇਰੇਸ or the ਜਿਹੜੇ ਹਨ ਪਖੰਡੀ ਲੋਕ ਜਿਹੜੇ ਹੁੰਦੇ ਨੇ, ਉਹਨਾਂ ਦੇ ਕੋਲ ਗੈਂਗਸਟਰਸ ਹੁੰਦੇ ਨੇ, ਉਹਨਾਂ ਕੋਲ ਇਹ ਹੁੰਦਾ ਉਹ ਹੁੰਦਾ, ਉਹਨਾਂ ਦਾ ਕਾਰੋਬਾਰ ਫਿਰ ਵੱਡਾ ਹੋ ਜਾਂਦਾ ਹੈ। See, this is what they do. They treat it as a business because they know everybody needs something. ਸਾਰਿਆਂ ਨੂੰ ਕੁਝ ਚਾਹੀਦਾ ਹੁੰਦਾ, ਸਾਰਿਆਂ ਨੂੰ ਕੋਈ ਲੋੜ ਹੁੰਦੀ ਹੈ। ਹਾਂ, ਸੋ ਉਹ ਲੈਵਲ ਤੱਕ ਇਹ ਗੱਲ ਆ ਗਈ। ਪਰ ਇੱਥੇ ਜੇ ਆਪਾਂ ਸਿੱਖੀ ਵੱਲ ਦੇਖੀਏ, ਕਹਿੰਦੇ ਕੋਈ ਰਤਨ ਬਣਨ ਜਾ, ਕੋਈ ਜਿਹੜਾ ਸੱਚਾ ਸਿੱਖ ਹੋਵੇ, ਸੱਚਾ ਪਰਮਾਤਮਾ ਤੇ ਭਰੋਸਾ ਰੱਖਣ ਵਾਲਾ ਹੋਵੇ, ਉਹ ਰਤਨ ਰੂਪ ਨਾਮ ਦਾ ਵਣਜ ਕਰਦਾ ਹੈ। ਉਹ ਆਪ ਵੀ ਜਪਦਾ ਹੈ, ਦੂਜਿਆਂ ਨੂੰ ਵੀ ਜਪਾਉਂਦਾ ਹੈ। ਇਸ ਕਰਕੇ ਕਰ ਸਿਫਤ ਸਲਾਹੇ, ਉਹ ਸਿਫਤ ਕਰਦਾ ਹੈ ਪਰਮਾਤਮਾ ਦੀ, ਉਹ ਰੰਗ ਵਿੱਚ ਚਲਿਆ ਜਾਂਦਾ। ਬਿਕਾਜ਼ ਹੀ ਹੈਵਸ ਰੀਅਲਾਈਜ਼ਡ ਇਟਸ ਨਾਟ ਸਮਥਿੰਗ ਹੀ ਇਫ ਗॉड्स ਨੇਮ ਕੈਨ ਗਿਵ ਯੂ ਅ ਲੋਟ ਆਫ ਥਿੰਗਸ ਇਨ योर ਲਾਈਫ, that means it's powerful, right? ਉਹਨਾਂ 'ਤੇ ਤਾਂ ਭਰੋਸਾ ਰੱਖੋ, ਉਹਨਾਂ ਵੀ ਭਰੋਸਾ ਰੱਖੋ ਕਿ ਮੇਰੇ ਦੁੱਖ ਵੀ ਦੂਰ ਕਰ ਦੇਗਾ। the need, the quest ਜਿਹੜੀ ਮੇਰੇ ਅੰਦਰ ਜਾਗਦੀ ਆ, ਉਹਨੂੰ ਵੀ ਤਾਂ ਖਤਮ ਕਰੇ ਸਕਦਾ। if you feel that you need something, that's a thirst in you, ਉਹ ਇੱਕ ਭੁੱਖ ਆਪਣੇ ਅੰਦਰ। ਜੇ ਪਰਮਾਤਮਾ ਉਹ ਭੁੱਖ ਦੀ ਪੂਰਤੀ ਕਰ ਸਕਦਾ ਹੈ, ਉਹ ਭੁੱਖ ਜੋ ਆਪਾਂ ਮੰਗਦੇ ਉਹ ਦੇ ਸਕਦਾ ਹੈ, ਤਾਂ ਉਹ ਭੁੱਖ ਨੂੰ ਵੀ ਖਤਮ ਕਰ ਸਕਦਾ ਹੈ ਨਾ। the day your needs ends, you got no need anymore, ਫਿਰ ਤੁਹਾਨੂੰ ਕੌਣ ਹਰਾ ਸਕਦਾ? Can anyone defeat you in your life? Because you don't need anything already. You're above the level of the needs already. So ਕਹਿੰਦੇ ਕਰ ਸਿਫਤ ਸਲਾਹੇ, ਉਹ ਸਿਫਤ ਵਿੱਚ ਜੁੜ ਜਾਂਦਾ ਹੈ। ਵਣਜ ਸੁਪੱਤਾ ਸ਼ਾਹ ਨਾਲ ਵਿਸਾਹੋ ਨਿਭਾਹੈ। ਦੇਖੋ, ਵਣਜ ਸੁਪੱਤਾ ਸਾਹੋ ਨਾਲ, ਕਹਿੰਦੇ ਹੁਣ ਭਾਈ ਗੁਰਦਾਸ ਜੀ ਕਹਿੰਦੇ ਵਣਜ ਕਰਨਾ ਹੈ, ਚੰਗਾ ਵਣਜ ਕਰਨਾ, ਪਰ ਕਿਹਦੇ ਨਾਲ ਕਰਨਾ? ਭਰੋਸੇ ਵਾਲੇ ਨਾਲ ਕਰਨਾ ਹੈ ਨਾ। Because you are spending something. Now what do you spend over here in your life? ਇੱਕ ਚੀਜ਼ ਆਪਾਂ ਆਪਣੇ ਸਵਾਸ, ਆਪਾਂ ਇਹ ਇਨਵੈਸਟ ਕਰਦੇ ਹਾਂ, ਐਂਡ ਯੂ ਆਰ ਇਨਵੈਸਟਿੰਗ ਸਮਥਿੰਗ ਦੈਟ ਯੂ ਕੈਨ ਨੈਵਰ ਗੇਨ ਬੈਕ। ਜਿਹੜੇ ਸਵਾਸ ਤੁਸੀਂ ਇਨਵੈਸਟ ਕਰਤੇ ਨਾ, ਆਪਣੀ ਲਾਈਫ ਜਿਹਦੇ ਉੱਤੇ ਇਨਵੈਸਟ ਕਰਤੀ ਨਾ, ਲਾਈਫ ਨਹੀਂ ਮੁੜ ਕੇ ਮਿਲਣੀ। ਮਨੀ ਮੇ ਬੀ ਯੂ ਕੈਨ ਇਨਵੈਸਟ ਟੂਡੇ, ਟਮੋਰੋ ਯੂ ਕੈਨ ਗੇਨ, ਯੈਸ, ਬਟ ਲਾਈਫ ਯੂ ਕੈਨ ਨਾਟ ਗੇਨ। ਜਿਹੜੀ ਲਾਈਫ ਵੇਸਟ ਹੋਗੀ ਉਹ ਕੰਮ ਦੇ ਵਿੱਚ, ਉਹ ਵੇਸਟ ਹੋਗੀ, ਪਰਮਾਨੈਂਟ ਹੈ, ਉਹ ਪਰਮਾਨੈਂਟ ਲੋਸਟ ਹੈ, ਉਹ ਤੁਹਾਨੂੰ ਮੁੜ ਕੇ ਨਹੀਂ ਮਿਲਣਾ। ਸੋ ਇਸ ਕਰਕੇ ਕਹਿੰਦੇ ਵਣਜ ਸੁਪੱਤਾ ਸਾਹੋ ਨਾਲ, ਕਹਿੰਦੇ ਸਾਹ ਦੇ ਨਾਲ ਉਹ ਕਰੋ, ਭਰੋਸੇ ਵਾਲੇ ਨਾ ਕਰੋ। ਬਿਕਾਜ਼ ਯੂ ਡੋਂਟ ਹੈਵ ਮਚ ਟਾਈਮ। ਕਿੰਨਾ ਕੁ ਟਾਈਮ ਆ ਤੁਹਾਡੇ ਕੋਲ ਲਾਈਫ ਦੇ ਵਿੱਚ? ਥੋੜਾ ਹੀ ਟਾਈਮ ਆ ਨਾ। ਕਹਿੰਦੇ ਫਿਰ ਤੁਸੀਂ ਰਿਸਕ ਨਾ ਲਓ ਨਾ, ਤੁਸੀਂ ਉੱਥੇ ਜਾਓ ਜਿੱਥੇ ਸੱਚਮੁੱਚ ਉਹ ਵਣਜ ਬਣ ਜਾਣਾ ਹੈ। ਫਿਰ ਕਹਿੰਦੇ ਨਿਰਹਨ ਵਿਸਾਹੋ ਨਿਭਾਹੇ, ਕਹਿੰਦੇ ਜਿਹੜਾ ਫਿਰ ਵਿਸਾਹ ਨੂੰ ਨਿਭਾਹੇ, ਜਿਹੜਾ ਤੁਹਾਡੇ ਵਿਸਾਹ ਨੂੰ ਪੂਰਾ ਵੀ ਕਰੇ। See, when you buy something,
people say after sale service, that means what you are looking for, ਨਿਬਾਹੇ, ਅਨਿਬਾਹੇ ਸ਼ਬਦ ਹੈ, ਉਹਨੂੰ ਨਿਭਾਉਣਾ। ਇੱਕ ਚੀਜ਼ ਤੁਹਾਨੂੰ ਵੇਚ ਦਿੱਤੀ, ਕਹਿ ਦਿੱਤਾ ਜੇ ਖਰਾਬ ਹੋਗੀ ਤਾਂ ਮੇਰੇ ਕੋਲ ਆ ਜੀ ਮੁੜ ਕੇ, ਕੋਈ ਗੱਲ ਨਹੀਂ ਮੈਂ ਬਣਾ ਕੇ ਦੇਵਾਂਗਾ, ਦੈਟਸ ਆਫਟਰ ਸੇਲਸ। ਹੁਣ ਆਫਟਰ ਸੇਲਸ ਬਹੁਤ ਇੰਪੋਰਟੈਂਟ ਹੈ। ਹੁਣ ਤੁਸੀਂ ਗੁਰੂ ਦਾ ਨਾਮ ਜਪਿਆ, ਤੁਸੀਂ ਬਾਣੀ ਪੜ੍ਹੀ, ਤੁਸੀਂ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰੇ, ਤੇ ਫਿਰ ਤੁਸੀਂ ਕਹੋਗੇ ਵੀ ਹਾਂ ਮੈਂ ਸਭ ਕੁਝ ਕੀਤਾ, ਜੋ ਗੁਰੂ ਨੇ ਕਿਹਾ ਮੈਂ ਕੀਤਾ। ਫਿਰ ਗੁਰੂ ਵੀ ਨਿਭਾਉਂਦਾ ਹੈ, ਗੁਰੂ ਵੀ ਤੁਹਾਡਾ ਗੱਲ ਫਿਰ ਤੁਹਾਡੀ ਪੂਰੀ ਕਰਦਾ ਹੈ, ਉਹ ਤੁਹਾਨੂੰ ਲੋਸਟ ਵਿੱਚ ਨਹੀਂ ਜਾਣ ਦਿੰਦਾ। ਸੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਦ ਓਨਲੀ ਬਿਜ਼ਨਸ ਦੈਟ ਯੂ ਕੈਨ ਟਰਸਟ ਇਨ ਯੋਰ ਵਰਲਡ ਇਜ਼ ਨਾਮ ਜਪਣਾ, ਪਰਮਾਤਮਾ ਦੇ ਨਾਲ ਜੁੜਨਾ। ਦੈਟ ਇਜ਼ ਵਨ ਬਿਜ਼ਨਸ ਦੈਟ ਯੂ ਵਿਲ ਨੈਵਰ ਗੋ ਇਨ ਲੋਸਟ, ਐਂਡ ਗੁਰੂ ਇਜ਼ ਦ ਓਨਲੀ ਵਨ ਯੂ ਕੈਨ ਟਰਸਟ ਇਨ ਯੋਰ ਲਾਈਫ, nobody else, because Guru Nanak to leke sare apne Guru Gobind Singh tak, they never took anything from anyone. Why will they want to take it from you now? When they were in the body also they never took anything from anyone. So ਉਹਨਾਂ ਨੇ ਤੁਹਾਡੇ ਤੋਂ ਕੁਝ ਨਹੀਂ ਲੈਣਾ, ਤੁਹਾਨੂੰ ਦੇਣਾ ਹੀ ਹੈ। ਇਸ ਕਰਕੇ ਕਹਿੰਦੇ ਵੰਜ ਉਹਦੇ ਨਾਲ ਕਰੋ, ਉਹਦੇ ਨਾਲ ਵੰਜ ਕਰੋ, ਉਹ ਪੂਰੇ ਗੁਰੂ ਨਾਲ। ਕੋਈ ਰਤਨ ਵਣੰਜ ਦਾ ਕਰ ਸਿਫਤ ਸਲਾਹ ਹੈ, ਵਣਜ ਸੁਪੱਤਾ ਸ਼ਾਹ ਨਾਲ ਵੇ ਸਾਹੋ ਨਿਭਾਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।